डियर स्टूडेंट्स, इस क्वेश्चन विच असीं अध्ययन करांगे कि प्रत्यक्ष लोकतंत्र विच किहड़े-किहड़े गुण हुंदे हन, किहड़े गुणां करके प्रत्यक्ष लोकतंत्र नूं असली लोकतंत्र, वास्तविक लोकतंत्र समझिया जांदा है, एक चंगा लोकतंत्र समझिया जांदा है। सब तो पहलां असीं रिवाइज करदे हां लोकतंत्र दीआं किस्मां दो मुख किहड़ियां-किहड़ियां हुंदियां हन। लोकतंत्र दीआं दो मुख किस्मां हुंदियां हन, प्रत्यक्ष लोकतंत्र जां डायरैक्ट डेमोक्रेसी ਅਤੇ अप्रत्यक्ष लोकतंत्र जां इनडायरैक्ट डेमोक्रेसी, रिप्रजेंटेटिव डेमोक्रेसी। प्रत्यक्ष लोकतंत्र ਦੇ ਵਿੱਚ ਲੋਕਾਂ ਕੋਲ ਵੋਟ ਦਾ ਅਧਿਕਾਰ ਹੁੰਦਾ ਹੈ। ਲੋਕ ਇਸ ਦੀ ਵਰਤੋਂ ਕਾਨੂੰਨ ਬਣਾਉਣ ਲਈ, ਰੂਲ ਰੈਗੂਲੇਸ਼ਨ ਬਣਾਉਣ ਲਈ ਕਰਦੇ ਹਨ। ਅਪ੍ਰਤੱਖ ਲੋਕਤੰਤਰ ਜਾਂ ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ ਵਿੱਚ ਲੋਕਾਂ ਕੋਲ ਵੋਟ ਦਾ ਅਧਿਕਾਰ ਹੁੰਦਾ ਹੈ, ਪਰੰਤੂ ਲੋਕ ਇਸ ਅਧਿਕਾਰ ਦੀ ਵਰਤੋਂ ਰੂਲ ਰੈਗੂਲੇਸ਼ਨ ਬਣਾਉਣ ਲਈ, ਕਾਨੂੰਨ ਬਣਾਉਣ ਲਈ ਨਹੀਂ ਕਰ ਸਕਦੇ। ਲੋਕਾਂ ਦੇ ਵਿਚਕਾਰ ਅਤੇ ਕਾਨੂੰਨਾਂ ਦੇ ਨਿਰਮਾਣ ਦੇ ਵਿਚਕਾਰ, ਸ਼ਾਸਨ ਪ੍ਰਬੰਧ ਦੇ ਵਿਚਕਾਰ ਇੱਕ ਕੜੀ ਹੁੰਦੀ ਹੈ ਜਿਸ ਨੂੰ ਪ੍ਰਤੀਨਿਧ ਕਿਹਾ ਜਾਂਦਾ ਹੈ। ਲੋਕ ਆਪਣੀ ਵੋਟ ਦਾ ਇਸਤੇਮਾਲ ਕਰਦੇ ਹਨ ਆਪਣਾ ਪ੍ਰਤੀਨਿਧ ਚੁਣਨ ਲਈ, ਅਤੇ ਲੋਕਾਂ ਦੁਆਰਾ ਚੁਣੇ ਗਏ ਜਿਹੜੇ ਪ੍ਰਤੀਨਿਧ ਹਨ ਉਹ ਫਿਰ ਅੱਗੇ ਜਾ ਕੇ ਕਾਨੂੰਨ ਨਿਰਮਾਣ ਕਰਦੇ ਹਨ, ਉਹੀ ਸ਼ਾਸਨ ਪ੍ਰਬੰਧ ਚਲਾਉਂਦੇ ਹਨ। ਭਾਵ ਡਾਇਰੈਕਟ ਡੈਮੋਕ੍ਰੇਸੀ ਵਿੱਚ ਲੋਕਾਂ ਵਿਚਕਾਰ ਅਤੇ ਕਾਨੂੰਨ ਨਿਰਮਾਣ ਵਿਚਕਾਰ ਜਾਂ ਸ਼ਾਸਨ ਪ੍ਰਬੰਧ ਵਿਚਕਾਰ ਕੋਈ ਕੜੀ ਨਹੀਂ ਹੁੰਦੀ। ਪ੍ਰਤੀਨਿਧੀ ਲੋਕਤੰਤਰ ਦੇ ਵਿੱਚ ਹਰ ਕਾਰਜ ਲਈ ਲੋਕਾਂ ਵਿਚਕਾਰ ਅਤੇ ਡਿਸੀਜਨ ਮੇਕਿੰਗ ਦੇ ਵਿਚਕਾਰ ਇੱਕ ਕੜੀ ਹੁੰਦੀ ਹੈ ਜਿਸ ਨੂੰ ਲੋਕਾਂ ਦਾ ਪ੍ਰਤੀਨਿਧ ਕਿਹਾ ਜਾਂਦਾ ਹੈ। ਇੱਥੇ ਅਸੀਂ ਪ੍ਰਤੱਖ ਲੋਕਤੰਤਰ ਦੇ ਗੁਣਾਂ ਬਾਰੇ ਅਧਿਐਨ ਕਰਾਂਗੇ। ਪ੍ਰਤੱਖ ਲੋਕਤੰਤਰ ਦਾ ਪਹਿਲਾ ਗੁਣ ਕਿਹਾ ਜਾ ਸਕਦਾ ਹੈ ਕਿ ਇਹ ਵਾਸਤਵਿਕ ਜਨਤਕ ਪ੍ਰਭੂ ਸੱਤਾ ਨੂੰ, ਅਸਲ ਜਨਤਕ ਪ੍ਰਭੂ ਸੱਤਾ ਨੂੰ ਰਿਪਰੈਜ਼ੈਂਟ ਕਰਦਾ ਹੈ, ਕਿਉਂਕਿ ਅਸਲ ਰੂਪ ਦੇ ਵਿੱਚ ਜਿਹੜੇ ਲੋਕਤੰਤਰ ਦੇ ਸਾਧਨ ਨੇ ਉਹ ਅਸਲ ਰੂਪ ਦੇ ਵਿੱਚ ਸੁਪਰੀਮ ਪਾਵਰ ਨੂੰ, ਪ੍ਰਭੂ ਸੱਤਾ ਨੂੰ ਜਨਤਾ ਨੂੰ ਸੌਂਪਦੇ ਹਨ, ਲੋਕਾਂ ਨੂੰ ਸੌਂਪਦੇ ਹਨ। ਇਹਦੇ ਜਿਹੜੇ ਵੱਖ-ਵੱਖ ਸਾਧਨ ਨੇ ਜਿਹੜੇ ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ, ਇਹਨਾਂ ਦੇ ਵਿੱਚੋਂ ਇੱਕ ਹੈ ਪ੍ਰਾਰੰਭਿਕ ਸੁਭਾਵਾਂ। ਪ੍ਰਾਰੰਭਿਕ ਸੁਭਾਵਾਂ ਜਿੱਥੇ ਸਾਰੇ ਲੋਕ ਇਕੱਠੇ ਹੋ ਕੇ ਆਪ ਫੈਸਲੇ ਕਰਦੇ ਹਨ, ਆਪ ਕਾਨੂੰਨ ਨਿਰਮਾਣ ਕਰਦੇ ਹਨ, ਬਜਟ ਦੇ ਮੌਕੇ ਤੇ ਇਕੱਠੇ ਹੁੰਦੇ ਹਨ, ਉਹ ਲੋਕਾਂ ਦੀ ਪ੍ਰਭੂ ਸੱਤਾ ਦੇ ਪ੍ਰਗਟਾਵੇ ਦਾ, ਲੋਕਾਂ ਦੀ ਸੁਪਰੀਮੇਸੀ ਦੇ, ਸੁਪਰੀਮ ਪਾਵਰ ਦੇ ਪ੍ਰਗਟਾਵੇ ਦਾ ਸਭ ਤੋਂ ਵਧੀਆ ਸਾਧਨ ਹਨ। ਜਨਮਤ ਸੰਗ੍ਰਹਿ ਦੁਆਰਾ ਵਿਧਾਨ ਮੰਡਲ ਦੀ ਕਾਨੂੰਨ ਨਿਰਮਾਣ ਦੀ ਮਨਮਰਜ਼ੀ ਤੇ ਰੋਕ ਲਗਾਈ ਜਾ ਸਕਦੀ ਹੈ। ਲੋਕ ਵਿਧਾਨ ਮੰਡਲ ਦੇ ਬਣਾਏ ਹੋਏ ਕਿਸੇ ਕਾਨੂੰਨ ਨੂੰ ਰੱਦ ਕਰ ਸਕਦੇ ਹਨ, ਅਤੇ ਰਾਏਸ਼ੁਮਾਰੀ ਦੁਆਰਾ ਲੋਕਾਂ ਤੋਂ ਕਿਸੇ ਰਾਜਨੀਤਿਕ ਦੁਬਿਧਾ ਦਾ ਫੈਸਲਾ ਕਰਵਾਇਆ ਜਾ ਸਕਦਾ ਹੈ। ਜੇਕਰ ਕਿਸੇ ਮਸਲੇ ਤੇ ਦੁਬਿਧਾ ਹੋਵੇ ਕਿ ਸਟੇਟ ਨੂੰ ਇਹ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ, ਤਾਂ ਉੱਥੇ ਲੋਕਾਂ ਤੋਂ ਰਾਏਸ਼ੁਮਾਰੀ ਕਰਵਾਈ ਜਾ ਸਕਦੀ ਹੈ। ਦੂਸਰੀ ਵਿਸ਼ੇਸ਼ਤਾ ਹੈ ਪ੍ਰਤੱਖ ਲੋਕਤੰਤਰ ਦੀ ਕਿ ਦਲ ਪ੍ਰਣਾਲੀ ਦੇ ਜਿਹੜੇ ਦੁਰਪ੍ਰਭਾਵ ਹੁੰਦੇ ਹਨ, ਇਲ ਇਫੈਕਟਸ ਹੁੰਦੇ ਹਨ ਪਾਰਟੀ ਸਿਸਟਮ ਦੇ, ਉਹਨਾਂ ਤੋਂ ਛੁਟਕਾਰਾ ਮਿਲਿਆ ਰਹਿੰਦਾ ਹੈ। ਕਿਉਂਕਿ ਦਲ ਪ੍ਰਣਾਲੀ ਨੂੰ ਕੋਈ ਬਹੁਤ ਵਧੀਆ ਪ੍ਰਣਾਲੀ ਨਹੀਂ ਮੰਨਿਆ ਜਾ ਸਕਦਾ, ਇਸ ਨੂੰ ਸਿਰਫ ਇੱਕ ਜ਼ਰੂਰੀ ਬੁਰਾਈ ਦੇ ਤੌਰ ਤੇ ਲਿਆ ਜਾਂਦਾ ਹੈ ਕਿ ਲੋਕਤੰਤਰ ਨੂੰ ਪਾਰਟੀ ਸਿਸਟਮ ਤੋਂ ਬਿਨਾਂ, ਰਾਜਨੀਤਿਕ ਪਾਰਟੀਆਂ ਤੋਂ ਬਿਨਾਂ ਚਲਾਇਆ ਨਹੀਂ ਜਾ ਸਕਦਾ। ਪਰੰਤੂ ਰਾਜਨੀਤਿਕ ਦਲਾਂ ਦੁਆਰਾ ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੁੰਦੇ ਨੇ, ਜਿਵੇਂ ਇੰਡੀਆ ਦੇ ਕੰਟੈਕਸਟ ਵਿੱਚ ਅਸੀਂ ਗੱਲ ਕਰੀਏ, ਐਮਐਲਏ ਜਾਂ ਐਮਪੀਜ਼ ਹੁੰਦੇ ਨੇ, ਉਹਨਾਂ ਤੇ ਪਾਰਟੀ ਦੀ ਲੀਡਰਸ਼ਿਪ ਦੁਆਰਾ ਆਪਣੀ ਮਨਮਰਜ਼ੀ, ਆਪਣੀ ਇੱਛਾ ਥੋਪੀ ਜਾਂਦੀ ਹੈ, ਅਤੇ ਉਹ ਜਨਤਾ ਦੇ ਪ੍ਰਤੀਨਿਧ ਨਾ ਹੋ ਕੇ ਪਾਰਟੀ ਦੇ ਪ੍ਰਤੀਨਿਧ ਬਣ ਕੇ ਰਹਿ ਜਾਂਦੇ ਹਨ। ਪਰੰਤੂ ਪ੍ਰਤੱਖ ਲੋਕਤੰਤਰ ਦੇ ਜਿਹੜੇ ਸਾਧਨ ਨੇ, ਜਿਵੇਂ ਪ੍ਰਾਰੰਭਿਕ ਸਭਾ, ਰਾਏਸ਼ੁਮਾਰੀ ਜਾਂ ਰੈਫਰੈਂਡਮ, ਇਹ ਇੱਥੇ ਲੋਕ ਆਪ ਵੋਟ ਕਰਦੇ ਹਨ। ਇਸ ਲਈ ਲੋਕਾਂ ਤੇ ਪਾਰਟੀ ਦਾ ਉਹ ਕੰਟਰੋਲ ਨਹੀਂ ਹੁੰਦਾ ਜਿਹੜਾ ਐਮਐਲਏ ਜਾਂ ਐਮਪੀ ਤੇ ਹੁੰਦਾ ਹੈ। ਲੋਕਾਂ ਤੇ ਪਾਰਟੀ ਦਾ ਅਨੁਸ਼ਾਸਨ ਨਾ ਹੋਣ ਕਰਕੇ ਆਪਣੀ ਇੱਛਾ ਦੇ ਅਨੁਸਾਰ ਸੁਤੰਤਰਤਾ ਦੇ ਨਾਲ ਆਪਣੇ ਮਤ ਦਾ ਇਸਤੇਮਾਲ ਕਰਦੇ ਹਨ। ਇਸ ਤਰ੍ਹਾਂ ਜਿੱਥੇ ਪ੍ਰਤੀਨਿਧੀ ਲੋਕਤੰਤਰ ਦੇ ਵਿੱਚ ਹਰ ਕਾਰਜ ਰਾਜਨੀਤਿਕ ਦਲਾਂ ਦੀ ਡਾਇਰੈਕਸ਼ਨ ਦੇ ਅਨੁਸਾਰ ਹੁੰਦਾ ਹੈ, ਪ੍ਰਤੱਖ ਲੋਕਤੰਤਰ ਦੇ ਵਿੱਚ ਲੋਕਾਂ ਦੀਆਂ ਇੱਛਾਵਾਂ ਦੇ ਅਨੁਸਾਰ ਹਰ ਕਾਰਜ ਕੀਤਾ ਜਾਂਦਾ ਹੈ। ਤੀਸਰਾ ਲਾਭ ਹੈ ਕਿ ਜਨਤਾ ਨੂੰ ਰਾਜਨੀਤਿਕ ਸਿੱਖਿਆ ਮਿਲਦੀ ਰਹਿੰਦੀ ਹੈ, ਕਿਉਂਕਿ ਪ੍ਰਤੱਖ ਲੋਕਤੰਤਰ ਵਿੱਚ ਨਾਗਰਿਕਾਂ ਨੇ ਰਾਜ ਦੁਆਰਾ ਹਰ ਮਹੱਤਵਪੂਰਨ ਫੈਸਲਾ ਲੈਣ ਸਮੇਂ ਆਪਣੀ ਰਾਏ ਪ੍ਰਗਟ ਕਰਨੀ ਹੁੰਦੀ ਹੈ, ਚਾਹੇ ਸੰਵਿਧਾਨ ਦੇ ਵਿੱਚ ਸੋਧ ਦਾ ਇਸ਼ੂ ਹੋਵੇ, ਚਾਹੇ ਕਿਸੇ ਨਵੇਂ ਕਾਨੂੰਨ ਦਾ ਇਸ਼ੂ ਹੋਵੇ, ਚਾਹੇ ਕਿਸੇ ਅੰਤਰਰਾਸ਼ਟਰੀ ਸੰਧੀ ਸਮਝੌਤੇ ਤੇ ਲੋਕਾਂ ਦੀ ਰਾਏ ਲੈਣੀ ਹੋਵੇ। ਇਸ ਲਈ ਲੋਕਾਂ ਨੂੰ ਰਾਜਨੀਤਿਕ ਪ੍ਰਣਾਲੀ ਨਾਲ ਸੰਬੰਧਿਤ ਸਾਰੇ ਪੱਖਾਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਰਹਿੰਦੀ ਹੈ। ਇਸ ਨਾਲ ਨਾਗਰਿਕਾਂ ਨੂੰ ਰਾਜਨੀਤਿਕ ਸਿੱਖਿਆ ਪ੍ਰਾਪਤ ਹੁੰਦੀ ਰਹਿੰਦੀ ਹੈ, ਰਾਜਨੀਤਿਕ ਤੌਰ ਤੇ ਉਹ ਅਵੇਅਰ ਹੁੰਦੇ ਰਹਿੰਦੇ ਹਨ। ਰਾਜਨੀਤਿਕ ਮਾਮਲਿਆਂ ਦਾ ਸੰਬੰਧ ਸਮੁੱਚੀ ਜਨਤਾ ਨਾਲ ਹੁੰਦਾ ਹੈ, ਇਸ ਲਈ ਸਾਰੇ ਨਾਗਰਿਕਾਂ ਨੂੰ ਰਾਜਨੀਤੀ ਸੰਬੰਧੀ, ਰਾਜਨੀਤਿਕ ਮਾਮਲਿਆਂ ਸੰਬੰਧੀ ਮੌਲਿਕ ਜਾਣਕਾਰੀ ਹੋਣੀ ਜ਼ਰੂਰੀ ਵੀ ਹੈ। ਬੇਸ਼ੱਕ ਕਿਸੇ ਦਾ ਜੋ ਮੁੱਖ ਕਿੱਤਾ ਹੈ ਉਹ ਕੋਈ ਵੀ ਹੈ, ਚਾਹੇ ਡਾਕਟਰ ਹੈ, ਵਕੀਲ ਹੈ, ਕਿਸਾਨ ਹੈ, ਜਿਹੜੇ ਬੇਸਿਕ ਇਸ਼ੂਜ਼ ਹੁੰਦੇ ਹਨ ਸੋਸਾਇਟੀ ਦੇ, ਉਹ ਹਮੇਸ਼ਾ ਰਾਜਨੀਤਿਕ ਇਸ਼ੂ ਹੁੰਦੇ ਹਨ। ਇਸ ਲਈ ਬੇਸਿਕ ਜਿਹੜੇ ਰਾਜਨੀਤਿਕ ਇਸ਼ੂਜ਼ ਹਨ, ਰਾਜਨੀਤਿਕ ਮਸਲੇ ਹਨ, ਉਹਨਾਂ ਸੰਬੰਧੀ ਜਾਣਕਾਰੀ ਹੋਣੀ ਆਮ ਨਾਗਰਿਕਾਂ ਨੂੰ ਜ਼ਰੂਰੀ ਹੈ, ਤੇ ਉਹ ਪ੍ਰਤੱਖ ਲੋਕਤੰਤਰ ਦੇ ਵਿੱਚ ਨਾਗਰਿਕਾਂ ਨੂੰ ਆਸਾਨੀ ਨਾਲ
ਉਹ ਜਾਣਕਾਰੀ ਪ੍ਰਾਪਤ ਹੁੰਦੀ ਰਹਿੰਦੀ ਹੈ। ਚੌਥਾ ਲਾਭ ਹੈ ਪ੍ਰਤੱਖ ਲੋਕਤੰਤਰ ਦਾ ਕਿ ਪ੍ਰਤੱਖ ਲੋਕਤੰਤਰ ਦੀਆਂ ਜੋ ਵਿਧੀਆਂ ਹਨ ਉਹ ਵਿਧਾਨ ਮੰਡਲ ਦੀ ਮਨਮਾਨੀ ਤੇ ਰੋਕ ਲਗਾਉਂਦੀਆਂ ਹਨ, ਕਿਉਂਕਿ ਪ੍ਰਤੱਖ ਲੋਕਤੰਤਰ ਦੇ ਵਿੱਚ ਚਾਹੇ ਵਿਧਾਨ ਸਭਾ ਹੈ ਚਾਹੇ ਪਾਰਲੀਮੈਂਟ ਹੈ, ਉਹ ਆਪਣੀ ਮਨਮਰਜ਼ੀ ਨਾਲ ਕਾਨੂੰਨ ਪਾਸ ਨਹੀਂ ਕਰ ਸਕਦੀ। ਜਨਮਤ ਸੰਗ੍ਰਹਿ ਵਰਗੀਆਂ ਵਿਵਸਥਾਵਾਂ ਉਸ ਨੂੰ ਕੰਪੈਲ ਕਰ ਸਕਦੀਆਂ ਹਨ ਕਿ ਤੁਹਾਡੇ ਬਣਾਏ ਹੋਏ ਕਾਨੂੰਨਾਂ ਤੇ ਜਨਤਾ ਦੀ ਰਾਏ ਲਈ ਜਾਵੇਗੀ। ਜਨਤਾ ਜੇ ਉਸ ਦੇ ਫੇਵਰ ਵਿੱਚ ਰਾਏ ਦਿੰਦੀ ਹੈ ਤਾਂ ਹੀ ਉਹ ਕਾਨੂੰਨ ਲਾਗੂ ਕੀਤੇ ਜਾਣਗੇ। ਇਸ ਤੋਂ ਬਿਨਾਂ ਜਨਤਾ ਪ੍ਰਸਤਾਵ ਅਧਿਕਾਰ ਵੀ ਰੱਖਦੀ ਹੈ, ਭਾਵ ਕਿਸੇ ਕਾਨੂੰਨ ਨੂੰ ਬਣਾਉਣ ਦਾ ਪ੍ਰੋਸੈਸ ਆਪਣੇ ਵੱਲੋਂ ਆਰੰਭ ਵੀ ਕਰ ਸਕਦੀ ਹੈ। ਇਹ ਸਿਰਫ ਪ੍ਰਤੱਖ ਲੋਕਤੰਤਰ ਵਿੱਚ ਹੀ ਸੰਭਵ ਹੁੰਦਾ ਹੈ, ਕਿਉਂਕਿ ਜੋ ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ ਹੈ ਉਸ ਦੇ ਵਿੱਚ ਲੋਕ ਆਪਣੇ MLAs ਤੇ MPs ਨੂੰ ਚੁਣ ਕੇ ਭੇਜ ਦਿੰਦੇ ਹਨ, ਪਰੰਤੂ ਉਹ ਲੋਕਾਂ ਦੇ ਜੋ ਇਸ਼ੂਜ਼ ਹੁੰਦੇ ਹਨ ਉਹਨਾਂ ਪ੍ਰਤੀ ਬਹੁਤੇ ਸੰਜੀਦਾ ਨਹੀਂ ਹੁੰਦੇ। ਇਸ ਦਾ ਸਾਨੂੰ ਪ੍ਰਤੱਖ ਪ੍ਰਮਾਣ ਮਿਲਦਾ ਹੈ ਕਿ ਵਿਧਾਨ ਮੰਡਲਾਂ ਦੇ ਵਿੱਚ ਜਦੋਂ ਕਾਰਵਾਈ ਚੱਲਦੀ ਹੈ ਤਾਂ ਅੱਧੀਆਂ ਤੋਂ ਵੱਧ ਸੀਟਾਂ ਕਈ ਵਾਰੀ ਖਾਲੀ ਪਈਆਂ ਹੁੰਦੀਆਂ ਹਨ। ਇਸ ਲਈ ਵਿਧਾਨ ਮੰਡਲ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਲੋਕਾਂ ਦੇ ਹਿੱਤਾਂ ਦਾ ਕੋਈ ਬਹੁਤਾ ਫਿਕਰ ਨਹੀਂ ਹੁੰਦਾ, ਪਰੰਤੂ ਪ੍ਰਤੱਖ ਲੋਕਤੰਤਰ ਦੇ ਵਿੱਚ ਵਿਧਾਨ ਮੰਡਲ ਦੇ ਜਿਹੜੇ ਥੋੜੇ ਮੈਂਬਰਾਂ ਦੁਆਰਾ ਕੀਤੇ ਗਏ ਫੈਸਲੇ ਨੇ ਉਹਨਾਂ ਤੇ ਜਨਤਾ ਨੂੰ ਨਜ਼ਰਸਾਨੀ ਕਰਨ ਦਾ ਮੌਕਾ ਮਿਲਦਾ ਹੈ। ਇਸ ਤਰ੍ਹਾਂ ਇਹ ਵਿਧਾਨ ਮੰਡਲ ਦੀ ਮਨਮਾਨੀ ਤੇ ਰੋਕ ਲਗਾਈ ਜਾ ਸਕਦੀ ਹੈ ਪ੍ਰਤੱਖ ਲੋਕਤੰਤਰ ਰਾਹੀਂ। ਪੰਜਵਾਂ ਲਾਭ ਹੈ ਪ੍ਰਤੱਖ ਲੋਕਤੰਤਰ ਦਾ ਕਿ ਇਸ ਲੋਕਤੰਤਰ ਦੇ ਵਿੱਚ ਜਨਤਾ ਅਤੇ ਪ੍ਰਤੀਨਿਧਾਂ ਦੇ ਵਿੱਚ ਰਾਬਤਾ ਲਗਾਤਾਰ ਬਣਿਆ ਰਹਿੰਦਾ ਹੈ। ਪ੍ਰਤੀਨਿਧੀ ਵਿੱਚ ਲੋਕਤੰਤਰ ਦੇ ਵਿੱਚ ਲੀਡਰ ਆਮ ਕਰਕੇ ਲੋਕਾਂ ਤੱਕ ਉਦੋਂ ਪਹੁੰਚ ਕਰਦੇ ਹਨ ਜਦੋਂ ਅਗਲੀ ਇਲੈਕਸ਼ਨ ਆਉਣੀ ਹੁੰਦੀ ਹੈ, ਪਰੰਤੂ ਪ੍ਰਤੱਖ ਲੋਕਤੰਤਰ ਦੇ ਵਿੱਚ ਕਿਉਂਕਿ ਅਕਸਰ ਕਿਸੇ ਨਾ ਕਿਸੇ ਵਿਸ਼ੇ ਤੇ ਚੋਣਾਂ ਹੁੰਦੀਆਂ ਰਹਿੰਦੀਆਂ ਹਨ, ਇਸ ਲਈ ਜਿਹੜੇ ਨੇਤਾ ਲੋਕ ਹਨ ਉਹਨਾਂ ਦੀ ਇਹ ਕੰਪਲਸ਼ਨ ਹੋ ਜਾਂਦੀ ਹੈ, ਮਜਬੂਰੀ ਹੋ ਜਾਂਦੀ ਹੈ ਕਿ ਉਹਨਾਂ ਨੂੰ ਆਪਣੇ ਲੋਕਾਂ ਵਿੱਚ ਹਰ ਸਮੇਂ ਵਿਚਰਨਾ ਪੈਂਦਾ ਹੈ, ਉਹਨਾਂ ਨਾਲ ਹਰ ਸਮੇਂ ਰਾਬਤਾ ਬਣਾ ਕੇ ਰੱਖਣਾ ਪੈਂਦਾ ਹੈ। ਖਾਸ ਕਰਕੇ ਜਿਹੜੀ ਪ੍ਰਤੀਨਿਧਾਂ ਨੂੰ ਵਾਪਸ ਬੁਲਾਉਣ ਦੀ ਸ਼ਕਤੀ ਹੈ ਪ੍ਰਤੱਖ ਲੋਕਤੰਤਰ ਦੇ ਵਿੱਚ ਨਾਗਰਿਕਾਂ ਦੀ, ਇਹ ਪ੍ਰਤੀਨਿਧਾਂ ਨੂੰ ਕੰਪੈਲ ਕਰਦੀ ਹੈ ਕਿ ਉਹ ਜਨਤਾ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਰਹਿਣ, ਉਹਨਾਂ ਦੇ ਜਿਹੜੇ ਇਸ਼ੂਜ਼ ਹਨ ਉਹਨਾਂ ਤੋਂ ਦੇ ਪ੍ਰਤੀ ਉਹ ਸੰਜੀਦਾ ਰਹਿਣ, ਉਹਨਾਂ ਤੋਂ ਉਹ ਜਾਣੂ ਰਹਿਣ। ਛੇਵਾਂ ਲਾਭ ਹੈ ਇਸ ਦਾ ਕਿ ਚੋਣਾਂ ਦੇ ਵਿੱਚ ਪੈਸੇ ਦੇ ਪ੍ਰਭਾਵ ਦੀ ਘੱਟ ਸੰਭਾਵਨਾ ਹੁੰਦੀ ਹੈ ਪ੍ਰਤੱਖ ਲੋਕਤੰਤਰ ਦੇ ਵਿੱਚ, ਕਿਉਂਕਿ ਪ੍ਰਤੀਨਿਧੀ ਲੋਕਤੰਤਰ ਦੇ ਵਿੱਚ ਚੋਣਾਂ ਤੇ ਬਹੁਤ ਸਾਰਾ ਪੈਸਾ ਰਾਜਨੀਤਿਕ ਦਲਾਂ ਦੁਆਰਾ, ਲੀਡਰਾਂ ਦੁਆਰਾ ਖਰਚਾ ਕੀਤਾ ਜਾਂਦਾ ਹੈ। ਭਾਰਤ ਵਰਗੇ ਜਿਹੜੇ ਵਿਕਾਸਸ਼ੀਲ ਰਾਜ ਨੇ ਉੱਥੇ ਤਾਂ ਜਿਹੜੇ ਅਮੀਰ ਲੋਕ ਨੇ ਉਹਨਾਂ ਦੁਆਰਾ ਇਲੈਕਸ਼ਨ ਤੇ ਪੈਸਾ ਲਾਉਣ ਨੂੰ ਇੱਕ ਇਨਵੈਸਟਮੈਂਟ ਸਮਝਿਆ ਜਾਂਦਾ ਹੈ ਕਿ ਇੱਕ ਵਾਰ ਅਸੀਂ MLA ਜਾਂ MP ਬਣ ਗਏ ਤਾਂ ਫਿਰ ਅਸੀਂ ਉਸ ਜਿਹੜਾ ਅਸੀਂ ਪੈਸਾ ਲਾ ਰਹੇ ਹਾਂ ਉਸ ਦੀ ਕਿਸੇ ਨਾ ਕਿਸੇ ਪਾਸਿਓਂ ਰਿਕਵਰੀ ਵੀ ਕਰ ਲਵਾਂਗੇ। ਇੱਕ ਵਾਰੀ ਚੋਣਾਂ ਜਿੱਤ ਗਏ ਤਾਂ 5 ਸਾਲ ਲਈ ਪ੍ਰਤੀਨਿਧੀ ਲੋਕਤੰਤਰ ਦੇ ਵਿੱਚ ਇੱਕ ਤਰ੍ਹਾਂ ਦਾ ਲਾਇਸੈਂਸ ਮਿਲ ਜਾਂਦਾ ਹੈ ਪਾਵਰ ਇੰਜੋਏ ਕਰਨ ਦਾ MLAs ਤੇ MPs ਨੂੰ, ਪਰੰਤੂ ਜੇਕਰ ਨਾਗਰਿਕਾਂ ਕੋਲ ਇਹ ਅਧਿਕਾਰ ਹੋਵੇ ਕਿ ਆਪਣੇ ਕਿਸੇ ਗੈਰ ਸੰਜੀਦਾ ਨਾਨ ਸੀਰੀਅਸ MLA ਜਾਂ MP ਨੂੰ ਉਹ 5 ਸਾਲ ਦੀ ਟਰਮ ਤੋਂ ਪਹਿਲਾਂ ਵੀ ਵਾਪਸ ਬੁਲਾ ਸਕਦੇ ਹਨ, ਤਾਂ ਫਿਰ ਉਹ ਜਿਹੜੇ ਲੀਡਰ ਲੋਕ ਹਨ ਜਾਂ ਅਮੀਰ ਲੋਕ ਹਨ ਉਹ ਚੋਣਾਂ ਦੇ ਵਿੱਚ ਇੰਨੇ ਵਾਹ ਪੈਸਾ ਨਹੀਂ ਵਹਾਉਣਗੇ। ਉਹਨਾਂ ਨੂੰ ਪਤਾ ਰਹੇਗਾ ਕਿ ਜੋ ਅਲਟੀਮੇਟ ਪਾਵਰ ਹੈ ਉਹ ਤਾਂ ਜਨਤਾ ਕੋਲ ਹੀ ਰਹਿਣੀ ਹੈ, ਕਿਉਂਕਿ ਅਸਲੀ ਸ਼ਕਤੀ ਲੋਕਾਂ ਕੋਲ ਰਹੇਗੀ। ਇਸ ਲਈ ਪੈਸੇ ਦਾ ਜਿਹੜਾ ਪ੍ਰਭਾਵ ਹੈ ਲੋਕਤੰਤਰ ਦੇ ਵਿੱਚ, ਜਿਹੜਾ ਇੱਕ ਬਹੁਤ ਵੱਡੀ ਬੁਰਾਈ ਹੈ ਪ੍ਰਤੀਨਿਧੀ ਲੋਕਤੰਤਰ ਦੇ ਵਿੱਚ, ਉਸ ਨੂੰ ਘੱਟ ਕੀਤਾ ਜਾ ਸਕਦਾ ਹੈ। ਸੱਤਵਾਂ ਲਾਭ ਹੈ ਪ੍ਰਤੱਖ ਲੋਕਤੰਤਰ ਦਾ ਕਿ ਜਨਤਾ ਦੇ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਹੁੰਦੀ ਹੈ। ਪ੍ਰਤੀਨਿਧੀ ਲੋਕਤੰਤਰ ਦੇ ਵਿੱਚ ਲੋਕ ਇੱਕ ਵਾਰੀ ਆਪਣੇ ਨੁਮਾਇੰਦੇ ਚੁਣਦੇ ਹਨ, MLA MP ਚੁਣਦੇ ਹਨ, ਉਸ ਤੋਂ ਬਾਅਦ ਉਹ ਲਗਭਗ ਵਿਹਲੇ ਹੋ ਜਾਂਦੇ ਹਨ। ਲੋਕਾਂ ਨੂੰ ਲੱਗਦਾ ਹੈ ਕਿ ਹੁਣ ਕਿਹੜਾ ਕਾਨੂੰਨ ਬਣਾਉਣਾ ਹੈ, ਕਿਹੜਾ ਨਹੀਂ ਬਣਾਉਣਾ ਹੈ, ਰਾਜ ਪ੍ਰਬੰਧ ਕਿਵੇਂ ਚਲਾਉਣਾ ਹੈ, ਇਹ ਸਾਡੇ ਚੁਣੇ ਹੋਏ MLAs ਅਤੇ MPs ਦੀ ਜ਼ਿੰਮੇਵਾਰੀ ਹੈ। ਪਰੰਤੂ ਪ੍ਰਤੱਖ ਲੋਕਤੰਤਰ ਦੇ ਵਿੱਚ ਕਿਉਂਕਿ ਲੋਕਾਂ ਦੀ ਇਨਵੋਲਵਮੈਂਟ ਹੁੰਦੀ ਹੈ ਕਾਨੂੰਨ ਨਿਰਮਾਣ ਦੇ ਵਿੱਚ ਅਤੇ ਉਹ ਆਪਣੇ ਚੁਣੇ ਹੋਏ ਪ੍ਰਤੀਨਿਧੀ ਨੂੰ ਕਦੇ ਵਾਪਸ ਵੀ ਬੁਲਾ ਸਕਦੇ ਹਨ, ਇਸ ਲਈ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਅਵੇਅਰ ਰਹਿਣਾ ਪੈਂਦਾ ਹੈ ਅਤੇ ਉਹਨਾਂ ਨੂੰ ਜ਼ਿੰਮੇਵਾਰ ਬਣੇ ਰਹਿਣਾ ਪੈਂਦਾ ਹੈ। ਇਸ ਤਰ੍ਹਾਂ ਪ੍ਰਤੱਖ ਲੋਕਤੰਤਰ ਦੇ ਵਿੱਚ ਨਾਗਰਿਕਾਂ ਦੇ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਜ਼ਿਆਦਾ ਮਜ਼ਬੂਤ ਹੋਣ ਦੇ ਚਾਂਸਸ ਹੁੰਦੇ ਹਨ ਅਤੇ ਕਾਨੂੰਨਾਂ ਦੀ ਆਗਿਆਕਾਰਤਾ ਪ੍ਰਤੱਖ ਲੋਕਤੰਤਰ ਦੇ ਵਿੱਚ ਵਧੇਰੇ ਹੁੰਦੀ ਹੈ, ਕਿਉਂਕਿ ਕਾਨੂੰਨ ਜਨਤਾ ਦੀ ਸਹਿਮਤੀ ਨਾਲ ਬਣੇ ਹੁੰਦੇ ਹਨ। ਇਸ ਲਈ ਇਹਨਾਂ ਦੀ ਉਲੰਘਣਾ ਦੀ ਸੰਭਾਵਨਾ ਘੱਟ ਹੁੰਦੀ ਹੈ। ਲੋਕਾਂ ਦੀ ਕਾਨੂੰਨਾਂ ਨਾਲ ਇੱਕ ਭਾਵਨਾ ਦੀ ਸਾਂਝ ਹੁੰਦੀ ਹੈ ਕਿ ਹਾਂ ਇਹ ਕਾਨੂੰਨ ਸਾਡੇ ਹਨ, ਅਸੀਂ ਬਣਾਏ ਹਨ, ਅਸੀਂ ਅਪਰੂਵ ਕੀਤੇ ਹਨ। ਇਸ ਲਈ ਲੋਕ ਕਾਨੂੰਨ ਨੂੰ ਕੋਈ ਬਾਹਰੀ ਸ਼ਕਤੀ ਨਹੀਂ ਮੰਨਦੇ। ਕਾਨੂੰਨ ਨੂੰ ਉਹ ਜਿਸ ਤਰ੍ਹਾਂ ਨੈਤਿਕਤਾ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ ਕਿ ਭਾਵੇਂ ਕੋਈ ਵੇਖਦਾ ਹੈ ਭਾਵੇਂ ਕੋਈ ਨਹੀਂ ਵੇਖਦਾ, ਉਸ ਤਰ੍ਹਾਂ ਕਾਨੂੰਨਾਂ ਦੀ ਪਾਲਣਾ ਕੀਤੀ ਜਾਂਦੀ ਹੈ ਪ੍ਰਤੱਖ ਲੋਕਤੰਤਰ ਵਿੱਚ। ਇਸ ਤਰ੍ਹਾਂ ਪ੍ਰਤੱਖ ਲੋਕਤੰਤਰ ਹੈ ਜਿਹੜਾ ਉਹ ਜਨਤਾ ਨੂੰ ਜਿੱਥੇ ਇੰਪਾਵਰ ਕਰਦਾ ਹੈ ਉੱਥੇ ਜਨਤਾ ਨੂੰ ਜ਼ਿੰਮੇਵਾਰ ਵੀ ਬਣਾਉਂਦਾ ਹੈ। ਜਿਸ ਲੋਕਤੰਤਰ ਦੇ ਵਿੱਚ ਜਿਸ ਹੱਦ ਤੱਕ ਪ੍ਰਤੱਖ ਲੋਕਤੰਤਰ ਦੀਆਂ ਵਿਵਸਥਾਵਾਂ ਨੂੰ ਲਾਗੂ ਕੀਤਾ ਜਾ ਸਕਦਾ ਹੈ
ਉਸ ਹੱਦ ਤੱਕ ਜ਼ਰੂਰ ਇਹਨਾਂ ਪ੍ਰਥਾਵਾਂ ਨੂੰ, ਇਹਨਾਂ ਵਿਵਸਥਾਵਾਂ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ। ਤਾਂ ਹੀ ਜਿਹੜਾ ਲੋਕਤੰਤਰ ਹੈ ਵਾਸਤਵਿਕ ਰੂਪ ਦੇ ਵਿੱਚ ਲੋਕਤੰਤਰ ਬਣਿਆ ਰਹਿ ਸਕਦਾ ਹੈ, ਸੁਪਰੀਮ ਪਾਵਰ ਲੋਕਾਂ ਕੋਲ ਰਹਿ ਸਕਦੀ ਹੈ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।